जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸ ਦਾ ਲੈਸਨ ਨੰਬਰ 6 ਦੀ ਪੀਕੌਕ ਐਂਡ ਦੀ ਕ੍ਰੋ ਅਰਥਾਤ ਮੋਰ ਅਤੇ ਕਾਂ ਦੀ ਕਹਾਣੀ ਹੈ। ਤੇ ਉਸ ਕਹਾਣੀ ਨਾਲ ਜੁੜਿਆ ਹੋਇਆ ਜੋ ਐਕਟੀਵਿਟੀਜ਼ ਹੈਗੀਆਂ 3, 4 ਔਰ 5 ਉਹ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਸੋ ਤੁਸੀਂ ਆਪਣੀ ਨੋਟਬੁੱਕ ਖੋਲ੍ਹੋ ਤੇ ਨਾਲ ਪੈਨ ਲੈ ਲਓ ਤੇ ਜ਼ਰੂਰੀ ਗੱਲਾਂ ਜਿਹੜੀਆਂ ਦੱਸੀਆਂ ਜਾਣਗੀਆਂ ਵੀਡੀਓ ਪੌਜ਼ ਕਰਕੇ ਤੁਸੀਂ ਉਹ ਨੋਟ ਕਰਦੇ ਜਾਣਾ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਚੈਨਲ ਤੇ ਵਿਸ਼ੇਵਾਰ ਜਮਾਤਾਂ ਦੇ ਮੁਤਾਬਕ ਪਲੇ ਲਿਸਟਾਂ ਬਣਾ ਦਿੱਤੀਆਂ ਗਈਆਂ ਹਨ। ਤੁਹਾਡੀ 6ਵੀਂ ਜਮਾਤ ਦੇ ਮੈਥ ਦੇ ਸਵਾਲ ਵੀ ਹੱਲ ਕਰਕੇ ਪਾਏ ਜਾ ਰਹੇ ਹਨ, ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। 8ਵੀਂ 9ਵੀਂ 10ਵੀਂ ਦੇ ਮੈਥ ਦੇ ਸਵਾਲ ਹੱਲ ਕਰਕੇ ਪਹਿਲਾਂ ਹੀ ਪਾ ਦਿੱਤੇ ਗਏ ਹਨ। ਹੁਣ 8ਵੀਂ ਦੀ ਸਾਇੰਸ ਦੇ ਐਕਸਰਸਾਈਜ਼ ਵੀ ਪਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸੇ ਤਰ੍ਹਾਂ ਤੁਹਾਡੀ 5ਵੀਂ ਹੋਰ 7ਵੀਂ ਹੋਰ 8ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਇੰਗਲਿਸ਼ ਦੇ ਲੈਸਨ ਵੀ ਇਸੇ ਤਰ੍ਹਾਂ ਤਿਆਰ ਕਰਕੇ ਪਾਏ ਜਾ ਰਹੇ ਹਨ। ਸੋ ਤੁਸੀਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਚੈਨਲ ਬਾਰੇ ਦੱਸੋ ਤਾਂ ਕਿ ਉਹ ਵੀ ਇਸ ਉਦਮ ਦਾ ਲਾਹਾ ਲੈ ਸਕਣ। ਸੋ ਆਓ ਸ਼ੁਰੂ ਕਰੀਏ। ਐਕਟੀਵਿਟੀ ਨੰਬਰ 3, ਰੀਡ ਐਂਡ ਰਾਈਟ ਆਨਸਰਸ। ਪੜ੍ਹੋ, ਰੀਡ ਸਵਾਲ ਪੜ੍ਹੋ ਐਂਡ ਰਾਈਟ ਆਨਸਰਸ ਤੇ ਉਹਨਾਂ ਦੇ ਜਵਾਬ ਲਿਖੋ। ਬੱਚਿਓ ਕਿਉਂਕਿ ਇਹ ਹੈਗਾ ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ। ਕੰਪਰੀਹੈਂਡ ਹੁੰਦਾ ਬਲਕਿ ਸਮਝਣਾ। ਅਸੀਂ ਜੇ ਸਬਕ ਪੜ੍ਹਿਆ ਚੰਗੀ ਤਰ੍ਹਾਂ ਸਮਝਿਆ ਤੇ ਫਿਰ ਸਾਨੂੰ ਜਵਾਬ ਦੇਣ ਵਿੱਚ ਕੋਈ ਤੰਗੀ ਨਹੀਂ ਆਏਗੀ। ਥੱਲੇ ਜਿਹੜਾ ਤੁਸੀਂ ਜਾਮਨੀ ਕਲਰ ਵਿੱਚ ਪੈਰੇ ਦੇਖ ਰਹੇ ਹੋ ਉਹ ਕਹਾਣੀ ਵਿੱਚੋਂ ਇਨਬਿਨ ਲਏ ਗਏ ਹਨ ਤੁਹਾਨੂੰ ਇਹ ਦੱਸਣ ਲਈ ਕਿ ਅਸੀਂ ਜਵਾਬ ਕਿਵੇਂ ਲੱਭਣੇ ਹਨ। ਠੀਕ ਹੈ, ਹੁਣ ਦੇਖੋ ਸਵਾਲ ਆਇਆ। ਪਹਿਲਾ ਸਵਾਲ ਹੈ, ਵਟ ਡਿਡ ਦੀ ਕ੍ਰੋ ਨਾਟ ਲਾਈਕ ਅਬਾਊਟ ਹਿਮਸੈਲਫ। ਕਾਂ ਨੂੰ ਆਪਣੇ ਆਪ ਬਾਰੇ ਕਿਹੜੀ ਗੱਲ ਚੰਗੀ ਨਹੀਂ ਸੀ ਲੱਗਦੀ। ਹੁਣ ਡਿਡ ਮੈਨੇ ਬੱਚਿਓ ਭੂਤਕਾਲ ਹੈ, ਪਾਸਟ ਟੈਂਸ ਦੀ ਗੱਲ ਹੋ ਰਹੀ ਹੈ ਤੇ ਡਿਡ ਨਾਲ ਹਮੇਸ਼ਾ ਆਏਗਾ ਲਾਈਕ ਫਸਟ ਫਾਰਮ ਆਏਗੀ। ਦੇਖੋ ਲਾਈਕ ਫਸਟ ਫਾਰਮ ਹੈ, ਠੀਕ ਹੈ। ਤੇ ਅਬਾਊਟ ਹਿਮਸੈਲਫ ਮਤਲਬ ਕਿ ਆਪਣੇ ਆਪ ਬਾਰੇ। ਡਿਡ ਨੋਟ ਲਾਈਕ ਮੈਨੇ ਪਸੰਦ ਨਹੀਂ ਕਰਦਾ ਸੀ। ਕ੍ਰੋ ਵਟ ਮੈਨੇ ਕੀ। ਕਾਂ ਆਪਣੇ ਆਪ ਬਾਰੇ ਕਿਹੜੀ ਗੱਲ ਪਸੰਦ ਨਹੀਂ ਕਰਦਾ ਸੀ। ਠੀਕ ਹੈ, ਹੁਣ ਡਿਡ ਹੈਗਾ ਤੇ ਲਾਈਕ ਜਿਹੜਾ ਬਣ ਜਾਏਗਾ ਉਹ ਲਾਈਕਡ ਬਣ ਜਾਏਗਾ, ਭੂਤਕਾਲ ਦੀ ਗੱਲ ਹੈ। ਸੋ ਇੱਥੇ ਲਾਈਕ ਕਿਉਂਕਿ ਹੈ ਜਵਾਬ ਨੈਗੇਟਿਵ 'ਚ ਰਹਿਣਾ ਤੇ ਇਸ ਕਰਕੇ ਅਸੀਂ ਲਾਈਕਡ ਨਹੀਂ ਵਰਤ ਸਕਦੇ, ਅਸੀਂ ਡਿਡ ਨੋਟ ਹੀ ਰੱਖਾਂਗੇ, ਡਿਡ ਨੋਟ। ਤੇ ਜਿੱਥੇ ਡਿਡ ਆਏਗਾ ਉੱਥੇ ਫਸਟ ਫਾਰਮ ਆਏਗੀ, ਲਾਈਕ ਦੀ ਫਸਟ ਫਾਰਮ ਰਹੇਗੀ ਹਮੇਸ਼ਾ। ਠੀਕ ਹੈ, ਸੋ ਇਹ ਅੱਛੇ ਬੱਚੇ ਦੇਖਣਾ ਜਦੋਂ ਡਿਡ ਆਉਂਦਾ ਹੈ ਤੇ ਜਵਾਬ ਜਿਹੜਾ ਹੁੰਦਾ ਹੈ ਅਗਰ ਉਹ ਪੋਜ਼ੀਟਿਵ ਵਿੱਚ ਆ ਰਿਹਾ, ਜਿੱਦਾਂ ਮੈਂ ਕਹਾਂ ਵਟ ਡਿਡ ਦੀ ਕ੍ਰੋ ਲਾਈਕ ਅਬਾਊਟ ਹਿਮਸੈਲਫ, ਉਹਨੂੰ ਆਪਣੇ ਬਾਰੇ ਕੀ ਪਸੰਦ ਸੀ ਤੇ ਜਵਾਬ ਆਏਗਾ ਦੀ ਕ੍ਰੋ ਲਾਈਕਡ ਸੋ ਐਂਡ ਸੋ ਅਬਾਊਟ ਹਿਮਸੈਲਫ। ਕ੍ਰੋ ਨੂੰ ਕਾਂ ਨੂੰ ਆਪਣੇ ਬਾਰੇ ਇਹ ਚੀਜ਼ ਪਸੰਦ ਸੀ। ਪਰ ਇੱਥੇ ਹੈਗਾ ਡਿਡ ਨੋਟ, ਸੋ ਡਿਡ ਨੋਟ ਰਹੇਗਾ ਉੱਦਾਂ ਹੀ ਤੇ ਨਾਲ ਲਾਈਕ ਰਹੇਗਾ। ਸਾਨੂੰ ਪਤਾ ਹੈ ਕਿ ਉਹਨੂੰ ਇਹ ਦੇਖੋ ਜਵਾਬ ਲੱਭੀਏ ਕਿ ਵੰਸ ਦੇਅਰ ਲਿਵਡ ਅ ਕ੍ਰੋ, ਇੱਕ ਵਾਰ ਦੀ ਗੱਲ ਹੈ ਕਿਤੇ ਕਾਂ ਰਹਿੰਦਾ ਸੀ ਹੂ ਡਿਡ ਨੋਟ ਲਾਈਕ ਹਿਜ਼ ਬਲੈਕ ਫੈਦਰਸ। ਫੈਦਰ ਮੈਨੇ ਹੁੰਦਾ ਖੰਭ, ਬਲੈਕ ਮੈਨੇ ਕਾਲੇ, ਉਹਨੂੰ ਆਪਣੇ ਕਾਲੇ ਖੰਭ ਪਸੰਦ ਨਹੀਂ ਸੀ। ਸੋ ਸਾਡਾ ਜਵਾਬ ਹੋ ਗਿਆ ਤਿਆਰ। ਦੀ ਕ੍ਰੋ ਡਿਡ ਨੋਟ ਲਾਈਕ ਹਿਜ਼ ਬਲੈਕ ਫੈਦਰਸ। ਕਾਂ ਨੂੰ ਆਪਣੇ ਕਾਲੇ ਖੰਭ ਪਸੰਦ ਨਹੀਂ ਸੀ। ਸੋ ਇਹ ਸਾਡਾ ਜਵਾਬ ਹੋ ਗਿਆ। ਹੁਣ ਅਗਲੇ ਸਵਾਲ ਵੱਲ ਵਧੀਏ। ਹੂ ਡਿਡ ਹੀ ਵਾਂਟ ਟੂ ਬੀ ਲਾਈਕ। ਹੂ ਡਿਡ ਹੀ ਵਾਂਟ ਟੂ ਬੀ ਲਾਈਕ। ਹੁਣ ਦੇਖੋ ਫਿਰ ਡਿਡ ਹੈਗਾ ਤੇ ਨਾਲ ਹੈਗਾ ਵਾਂਟ, ਫਸਟ ਫਾਰਮ ਹੈਗੀ ਹੈ। ਡਿਡ ਨਾਲ ਹਮੇਸ਼ਾ ਫਸਟ ਫਾਰਮ, ਡਿਡ, ਡੂ, ਡਜ਼, ਇਹਦੇ ਨਾਲ ਫਸਟ ਫਾਰਮ ਆਏਗੀ। ਠੀਕ ਹੈ, ਉਹ ਕਹਿੰਦੇ ਕਿ ਹੂ ਡਿਡ ਹੀ ਵਾਂਟ ਟੂ ਬੀ ਲਾਈਕ, ਉਹ ਕਿਹਦੇ ਵਰਗਾ ਬਣਨਾ ਚਾਹੁੰਦਾ ਸੀ। ਫਿਰ ਕਹਿੰਦੇ ਕਿਉਂ, ਜਵਾਬ ਹੈ ਕਿਉਂ। ਪਹਿਲੇ ਤੇ ਦੋ ਸਵਾਲ ਨੇ, ਪਹਿਲੇ ਤੇ ਜਵਾਬ ਦੇਵੋ ਵੀ ਉਹ ਕਿਹਦੇ ਵਰਗਾ ਬਣਨਾ ਚਾਹੁੰਦਾ ਸੀ, ਫਿਰ ਦੂਜਾ ਸਵਾਲ ਹੈ ਵੀ ਕਿਉਂ। ਹੁਣ ਦੇਖੋ ਇੱਥੇ ਆ ਗਿਆ ਜਵਾਬ ਸਾਨੂੰ ਉਹਦੇ ਵਿੱਚ ਕਿਤਾਬ 'ਚ ਹੀ ਲਿਖਿਆ ਹੋਇਆ ਹੀ ਵਾਂਟਿਡ ਟੂ ਬੀ ਲਾਈਕ ਆ ਪੀਕੌਕ। ਉਹ ਮੋਰ ਵਾਂਗ ਬਣਨਾ ਚਾਹੁੰਦਾ ਸੀ ਤੇ ਕਿਉਂ, ਬਿਕੋਜ਼ ਵੀ ਦਿੱਤਾ ਨਾਲ ਹੀ। ਦੀ ਕਲਰਫੁਲ ਫੈਦਰਸ ਆਫ ਦੀ ਪੀਕੌਕ ਲੁਕਡ ਵੈਰੀ ਬਿਊਟੀਫੁਲ। ਰੰਗਦਾਰ ਖੰਭ ਮੋਰ ਦੇ ਬੜੇ ਸੋਹਣੇ ਜਾਪਦੇ ਸੀ। ਹੁਣ ਸਾਨੂੰ ਜਵਾਬ ਮਿਲ ਗਿਆ ਤੇ ਅਸੀਂ ਜਵਾਬ ਤਿਆਰ ਕਰ ਦੇਣਾ ਹੈ। ਵਟ ਹੂ ਡਿਡ ਹੀ ਵਾਂਟ ਟੂ ਬੀ ਲਾਈਕ, ਹੀ ਡਿਡ ਹੈ ਤੇ ਵਾਂਟ ਦਾ ਵਾਂਟਿਡ ਬਣ ਜਾਏਗਾ। ਹੀ ਵਾਂਟਿਡ ਟੂ ਬੀ ਲਾਈਕ ਆ ਪੀਕੌਕ, ਉਹ ਇੱਕ ਮੋਰ ਵਾਂਗ ਬਣਨਾ ਚਾਹੁੰਦਾ ਸੀ। ਹੁਣ ਅਗਲਾ ਇਹ ਤੇ ਸਾਡਾ ਪਹਿਲੇ ਸਵਾਲ ਦਾ ਜਵਾਬ ਹੋ ਗਿਆ। ਹੁਣ ਦੂਜਾ ਵਾਏ,
बिकॉज क्योंकि दी कलरफुल फैदर्स ऑफ द पीकॉक ਜਿਹੜੇ ਰੰਗਦਾਰ ਮੋਰ ਦੇ ਖੰਭ ਸੀ ਲੁਕਡ ਵੈਰੀ ਬਿਊਟੀਫੁਲ ਟੂ ਹਿਮ ਉਹਨੂੰ ਬੜੇ ਸੋਹਣੇ ਜਾਪਦੇ ਸੀ ਉਹਨੂੰ ਬੜੇ ਸੋਹਣੇ ਦਿਸਦੇ ਸੀ ਇਹ ਕਾਰਨ ਸੀ ਕਿ ਉਹ ਮੋਰ ਵਾਂਗ ਬਣਨਾ ਚਾਹੁੰਦਾ ਸੀ ਆਓ ਅਗਲੇ ਸਵਾਲ ਵੱਲ ਵਧੀਏ ਵਟ ਡਿਡ ਹੀ ਸੇ ਟੂ ਦੀ ਅਦਰ ਕ੍ਰੋਜ਼ ਵਟ मैंने की डिड मैंने फिर भूतकाल है देखो से मैंने कहना ਤੇ डिड ही से ਉਹਨੇ ਕੀ ਕਿਹਾ ਟੂ ਦੀ ਅਦਰ ਕ੍ਰੋਜ਼ ਦੂਜੇ ਕਾਵਾਂ ਨੂੰ ਉਹਨੇ ਦੂਜੇ ਕਾਵਾਂ ਨੂੰ ਕੀ ਕਿਹਾ ਉਹ ਦੇਖੋ ਹੁਣ ਦੂਜੇ ਕਾਵਾਂ ਨੂੰ ਕੀ ਕਹਿੰਦਾ ਉਹ ਕਹਿੰਦਾ ਯੂ ਲੁੱਕ ਸੋ ਡਲ ਐਂਡ ਪਲੇਨ ਤੂੰ ਤੇ ਬੇਰੌਣਕਾ ਅਤੇ ਸਿੱਧੜ ਦਿਸਦਾ ਹੈ ਲੁੱਕ ਹਾਊ ਬਿਊਟੀਫੁਲ ਦੀ ਪੀਕੌਕਸ ਆਰ ਦੇਖ ਮੋਰ ਕਿੰਨੇ ਸੋਹਣੇ ਹਨ ਆਈ ਵਿਸ਼ ਆਈ ਵਰ ਅ ਪੀਕੌਕ ਕਾਸ਼ ਮੈਂ ਇੱਕ ਮੋਰ ਹੁੰਦਾ ਹੀ ਵੁੱਡ ਸੇ ਟੂ ਦੀ ਅਦਰ ਕ੍ਰੋਜ਼ ਉਹ ਦੂਜੇ ਕਾਵਾਂ ਨੂੰ ਇੱਦਾਂ ਬੋਲਦਾ ਸੀ ਹੁਣ ਅਸੀਂ ਇਹ ਦੇਖੋ ਇਹ ਤੇ ਬੱਚੋ ਇਨਵਰਟਿਡ ਕਾਮਾ ਵਿੱਚ ਹੈਗਾ ਉਹਦੇ ਬਚਨ ਇੱਦਾਂ ਨੇ ਪਰ ਅਸੀਂ ਉਹਨੂੰ ਇਨਡਾਇਰੈਕਟ ਸਪੀਚ ਬੋਲਣੀ ਹੈ ਵੀ ਕਾਵਾਂ ਨੂੰ ਇੱਦਾਂ ਕਹਿੰਦਾ ਸੀ ਇੱਥੇ ਤੇ ਲਿਖਿਆ ਉਹ ਕਾਵਾਂ ਨੂੰ ਇੱਦਾਂ ਕਹਿੰਦਾ ਸੀ ਜਿੱਦਾਂ ਕਾਂ ਨੇ ਬੋਲਿਆ ਉਹ ਇੱਦਾਂ ਲਿਖਿਆ ਹੋਇਆ ਹੈ ਹੁਣ ਅਸੀਂ ਲਿਖਾਂਗੇ ਹੀ ਸੈਡ ਟੂ ਦੀ ਅਦਰ ਕ੍ਰੋਜ਼ ਇਹ ਦੇਖੋ ਡਿਡ ਹੈਗਾ ਤੇ ਸੇ ਦਾ ਬਣ ਜਾਏਗਾ ਸੈਡ ਹੀ ਸੈਡ ਟੂ ਦੀ ਅਦਰ ਕ੍ਰੋਜ਼ ਦੈਟ ਕੇ ਹੁਣ ਇੱਥੇ ਅਸੀਂ ਇਹ ਨਹੀਂ ਪਾਇਆ ਕੌਮਾ ਤੇ ਇਨਵਰਟਿਡ ਕੌਮਾ ਪਾ ਕੇ ਇਹ ਨਹੀਂ ਲਿਖ ਰਹੇ ਦੈਟ ਦੇ ਲੁਕਡ ਸੋ ਡਲ ਐਂਡ ਪਲੇਨ ਉਹ ਜਿਹੜੇ ਕਾਂ ਸੀਗੇ ਉਹ ਬੜੇ ਬੇਰੌਣਕੇ ਤੇ ਸਿੱਧੜ ਜੇ ਦਿਸਦੇ ਸੀ ਹੀ ਸੈਡ ਟੂ ਦੀ ਅਦਰ ਕ੍ਰੋਜ਼ ਦੈਟ ਦੇ ਲੁਕਡ ਸੋ ਡਲ ਐਂਡ ਪਲੇਨ ਵਾਈਲ ਦੀ ਪੀਕੌਕ ਲੁਕਡ ਵੈਰੀ ਬਿਊਟੀਫੁਲ ਪਰ ਇਹਦੀ ਥਾਂ ਜਿਹੜਾ ਹੈ ਦੂਜੇ ਬੰਨੇ ਵਾਈਲ ਬੰਨੇ ਦੂਜੇ ਬੰਨੇ ਮੋਰ ਬੜਾ ਸੋਹਣਾ ਦਿਸਦਾ ਸੀ ਐਂਡ ਹੀ ਵਿਸ਼ ਟੂ ਬੀ ਅ ਪੀਕੌਕ ਅਤੇ ਉਹ ਇੱਕ ਮੋਰ ਬਣਨ ਦੀ ਚਾਹ ਰੱਖਦਾ ਸੀ ਵਿਸ਼ ਮਨੇ ਉਹਦੀ ਇੱਛਾ ਸੀ ਕਿ ਉਹ ਬਣੇ ਠੀਕ ਹੈ ਹੀ ਸੈਡ ਟੂ ਦੀ ਅਦਰ ਕ੍ਰੋਜ਼ ਉਹ ਦੂਜੇ ਕਾਵਾਂ ਨੂੰ ਕਿਹਾ ਉਹਨੇ ਕਿ ਉਹ ਤੇ ਬੜੇ ਹੀ ਸਿੱਧੜ ਅਤੇ ਬੇਰੌਣਕੇ ਜੇ ਜਾਪਦੇ ਹਨ ਤੇ ਮੋਰ ਬੜਾ ਸੋਹਣਾ ਦਿਸਦਾ ਹੈ ਤੇ ਹੀ ਵਿਸ਼ ਟੂ ਬੀ ਅ ਪੀਕੌਕ ਤੇ ਉਹ ਵੀ ਚਾਹੁੰਦਾ ਹੈ ਕਿ ਉਹ ਇੱਕ ਮੋਰ ਬਣੇ ਇਹ ਗੱਲ ਸੀ ਉਹਨੇ ਦੂਜੇ ਕਾਵਾਂ ਨੂੰ ਕਹੀ ਹੁਣ ਅੱਗੇ ਚਲੀਏ क्वेश्चन नंबर 4 वट डिड दी क्रो सी ऑन दी ग्राउंड ग्राउंड मैंने धरती थले जी अपना ग्राउंड है ना डिड मैंने फिर भूतकाल सी मैंने देखना डिड सी देखा वट मैंने की क्रो मैंने कां ऑन द ग्राउंड उन्हें कां ने धरती ते पिया की देखा ठीक है उत्थे जवाब मिल गया वन डे परचिंग ऑन हिस्ट्री एक दिन रुख ते बैठे हुए ਦੀ ਕ੍ਰੋ ਸੌ ਮੈਨੀ ਪੀਕੌਕ ਫੈਦਰਸ ਔਨ ਦਾ ਗਰਾਊਂਡ ਉਹਨੇ ਧਰਤੀ ਤੇ ਡਿਗੇ ਹੋਏ ਬੜੇ ਸਾਰੇ ਖੰਭ ਮੋਰ ਦੇ ਦੇਖੇ ਸੋ ਸਾਨੂੰ ਜਵਾਬ ਮਿਲ ਗਿਆ ਲੈਸਨ ਚੋਂ ਦੀ ਕ੍ਰੋ ਸੌ ਇੱਥੇ ਡਿਡ ਹੈਗਾ ਸੀ ਹੈਗਾ ਸੋ ਡਿਡ ਕਰਕੇ ਸੀ ਦਾ ਬਣ ਜਾਏਗਾ 100 ਦੀ ਕ੍ਰੋ ਸੌ ਮੈਨੀ ਪੀਕੌਕ ਫੈਦਰਸ ਔਨ ਦੀ ਗਰਾਊਂਡ ਕਾਂ ਨੇ ਧਰਤੀ ਤੇ ਪਏ ਹੋਏ ਬੜੇ ਸਾਰੇ ਮੋਰ ਦੇ ਖੰਭ ਦੇਖੇ ਆਓ ਹੁਣ ਅਗਲੇ ਸਵਾਲ ਵੱਲ ਵਧੀਏ क्वेश्चन नंबर 5 वट डिड ही डू डू मैंने करना डिड मैंने किया डन मैंने कर चुका ठीक है डू डिड डन हम देखो डिड है डिड नाल फिर फर्स्ट फॉर्म आएगी तो डू आया इतने वट डिड ही डू विद दी पीकॉक फैदर्स उन्हें मोर दे खंभां नाल की कीता ਜਿਹੜੇ मोर दे खंभ ने अपने उत्थे रुख ते बैठे हुए ने ਧਰਤੀ ਤੇ ਡਿਗੇ ਹੋਏ ਦੇਖੇ ਹੁਣ ਅਗਲਾ ਸਵਾਲ ਹੈ ਕਿ ਉਹਨੇ ਉਹਨਾਂ ਖੰਭਾਂ ਨਾਲ ਕੀ ਕੀਤਾ ਇਹ ਦੇਖੋ ਹੁਣ ਇੱਥੇ ਜਵਾਬ ਮਿਲ ਜਾਏਗਾ ਸਾਨੂੰ ਕਹਾਣੀ ਕੀ ਕਹਿੰਦੀ ਹੈ ਕਹਾਣੀ ਕਹਿੰਦੀ ਹੀ ਕਲੈਕਟਡ ਆਲ ਦਾ ਫੈਦਰਸ ਉਹਨੇ ਸਾਰੇ ਖੰਭ ਇਕੱਠੇ ਕੀਤੇ ਐਂਡ ਸਟਕ them into his wings and the tail ਤੇ ਆਪਣੀ ਪੂੰਛ ਅਤੇ ਖੰਭਾਂ ਵਿੱਚ ਅੜਾ ਲਏ ਠੀਕ ਹੈ ਪਰਾਂ ਵਿੱਚ ਅੜਾ ਲਏ he also put a few on his head to look like a peacock ਤੇ ਉਹਨੇ ਥੋੜੇ ਜਿਹੇ ਆਪਣੇ ਸਿਰ ਦੇ ਉੱਤੇ ਵੀ ਲਾ ਲਏ ਤਾਂ ਕਿ ਉਹ ਇੱਕ ਮੋਰ ਵਾਂਗੂ ਦਿਸੇ ਸੋ ਉਹਨੇ ਸਾਰੀ ਗੱਲ ਨੂੰ ਅਸੀਂ ਇੱਕ ਸੈਂਟੈਂਸ ਵਿੱਚ ਸਮੇਟਣਾ ਛੋਟਾ ਕਰਕੇ ਲਿਖਣਾ ਠੀਕ ਹੈ ਹੁਣ ਉਹਨੇ ਦੇਖੋ ਪਹਿਲੇ ਕਿਹਾ ਸਟਕ them into wings and the tail ਫਿਰ ਹੀ ਆਲਸੋ ਪੁੱਟ ਤੇ ਅਸੀਂ ਔਨ ਫਿਊ ਔਨ ਹਿਸ ਹੈਡ ਅਸੀਂ ਉਹਨੂੰ ਛੋਟਾ ਕਰਾਂਗੇ ਹੁਣ ਠੀਕ ਹੈ ਸੰਖੇਪ ਕਰਕੇ ਸਾਰੀ ਜਾਣਕਾਰੀ ਇੱਕ ਸੈਂਟੈਂਸ ਵਿੱਚ ਸਮੋਣੀ ਹੈ ਆਪਾਂ ਸੋ ਜਵਾਬ ਆ ਗਿਆ ਦੇਖੋ ਹੀ ਯਾਨੀ ਕਿ ਵਟ ਡਿਡ ਹੀ ਡੂ ਉਹਨੇ ਕੀ ਕੀਤਾ ਤਾਂ ਜਵਾਬ ਆ ਜਾਏਗਾ ਹੀ ਕਲੈਕਟਡ ਡਿਡ ਹੈਗਾ ਤੇ ਕਲੈਕਟ ਨਹੀਂ ਕਰਾਂਗੇ ਕਲੈਕਟਡ ਕਰਾਂਗੇ ਕਿਉਂਕਿ ਭੂਤਕਾਲ ਹੈ he collected all the feathers ਉਹਨੇ ਸਾਰੇ ਖੰਭ ਇਕੱਠੇ ਕੀਤੇ and stuck them ਅਤੇ ਉਹਨਾਂ ਨੂੰ ਅੜਾ ਲਿਆ ਕਿੱਥੇ ਕਿੱਥੇ ਅੜਾਇਆ into his wings ਆਪਣੇ ਪਰਾਂ ਵਿੱਚ
एंड टेल ते अपनी पूंछ विच। फिर अगे सैमीकोलन पा देना है, यह सेंटेंस पूरा हो गया। एंड फिर नालों होर की कीता उन्हें, एंड पुट अ फ्यू ऑन हिज हैड, ਅਤੇ थोड़े जे अपने सिर उत्ते भी ला ले, यह उन्हें कीता। ठीक है, आओ अगे चलिए। अगला आ गया बच्चों हुण एक्टिविटी नंबर 4। तो एक्टिविटी 4 कहती है हू सैड टू हूम, किने किनू क्या। हू मैंने किने, हूम मैंने किनू, किने किनू क्या। इन्होंने इनवर्टेड कॉमा च कहानी चो लैके बच्चों सेंटेंस रखे ने, वचन स्टेटमेंट्स है कथन है ने जो किसी ने किसी को कहे ने। तो असी यह दसना है कि किने किनू कहे। हुण यह जवाब असीं तां ही दे सकते हैं जे असीं कहानी चंगी तरह पढ़ी होएगी। जे कहानी नहीं पढ़ी होएगी सानू नहीं पता लगेगा, फिर तुक्का लगाना पेगा, तो तुक्का गलत भी हो सकता है। तो असीं तुक्के नहीं लगाने, असीं सिस्टम के नाल पढ़ना है। ठीक है, सो कहानी पहले चंगी तरह पढ़नी है, फिर सानू साफ पता लग जाए भी किन्ने किहड़ी गल कही। देखो पहला उन्होंने सेंटेंस पहले स्टेटमेंट देती है, यू लुक सो डल एंड प्लेन, लुक हाउ ब्यूटीफुल द पीकॉक्स आर। तुसीं किन्ने सिद्धड़ अते बेरौणके जापदे हो, देखो मोर किन्ने सोहणे हन। ਇਹ देखो ना ऐसी किताब च लिखा इदा, यू लुक सो डल एंड प्लेन, लुक हाउ ब्यूटीफुल दी पीकॉक्स आर, आई विश आई वर अ पीकॉक, ही वुड से टू दी अदर क्रोज। हुण ही कौन सीगा, वो क्रो सीगा, एक ਕਾਂ जिहदी कहानी है। सो साडे कोल जवाब आ गया, दी क्रो सैड टू अदर क्रोज, यह गल ਕਾਂ ने दूजे ਕਾਵਾਂ ਨੂੰ कही। सो यह साडा जवाब तैयार हो गया। हुण अगे चलिए। अगली स्टेटमेंट है, लुक एट माई ब्यूटीफुल फैदर्स, मेरे सोहने खंभां वल वेखो। आई डोंट, डोंट का मतलब डू नॉट, बिलोंग टू यू एनी मोर, मैं हुण तुहाडे विचों नहीं हाँ। सो इस करके स्टे अवे फ्रॉम मी, मेरे तो परे रहो। ए देखो, ही टोल्ड दैम, लुक एट माई ब्यूटीफुल फैदर्स, आई डोंट बिलोंग टू यू एनी मोर, सो स्टे अवे फ्रॉम मी। ए देखो, ही टोल्ड दैम बहुवचन है, ही कौन है, वो ਕਾਂ है ना, जिहदी कहानी है। सो ਇਹਦਾ ਸਾफ पता लग गया कि दी क्रो सैड टू अदर क्रोज, उस ਕਾਂ ने जिले खंभ ला ले सी, फिर उन्हें दूजे ਕਾਵਾਂ ਨੂੰ ਟੀਚਰ ਕੀਤੀ। ठीक है ना, ਕਹਿੰਦੇ भी लुक एट माई ब्यूटीफुल फैदर्स, ਹੁਣ मेरे सोहने खंभ देखो, तो मैं ਹੁਣ ਤੁਹਾਡੇ ਵਿੱਚੋਂ नहीं हैगा, ਤੁਸੀਂ ਮੇਰੇ ਤੋਂ ਪਰੇ ਰਹੋ, ਤੁਸੀਂ ਕਾਲੇ ਹੈਗੇ ਹੋ, ਤੇ ਮੇਰੇ ਤੇ ਖੰਭ ਜਿਹੜੇ ਨੇ ਉਹ ਮੋਰ ਵਾਲੇ ਖੰਭ ਨੇ ਮੇਰੇ ਕੋਲ। ਠੀਕ है, ਸੋ ਇਹ ਕਾਂ ਨੇ ਦੂਜੇ ਕਾਵਾਂ ਨੂੰ ਇਹ ਗੱਲ ਕਹੀ। ਆਓ ਅੱਗੇ ਚੱਲੀਏ। नंबर 3, ਪੀਕੌਕ ਫੈਦਰਸ ਵਿਲ ਨਾਟ ਮੇਕ ਯੂ ਅ ਪੀਕੌਕ, ਮੋਰ ਦੇ ਖੰਭ ਤੈਨੂੰ ਮੋਰ ਨਹੀਂ ਬਣਾਉਣਗੇ। ਇਹ ਦੇਖੋ ਹੁਣ ਕਿਤਾਬ 'ਚ ਇੱਦਾਂ ਲਿਖਿਆ, ਦੀ ਪੀਕੌਕਸ ਨਿਊ ਦੈਟ ਹੀ ਵਾਜ਼ ਨਾਟ ਵਨ ਅਮੰਗ ਦੈਮ, ਮੋਰ ਜਾਣਦੇ ਸੀ ਕਿ ਉਹ ਉਹਨਾਂ 'ਚੋਂ ਨਹੀਂ ਹੈ, ਉਹ ਜਿਹੜਾ ਕਾਂ ਨੇ ਖੰਭ ਲਾ ਲਏ ਸੀਗੇ। ਹੀ ਵਾਜ਼ ਅ ਕਰੋ, ਉਹ ਕਾਂ ਸੀ। ਤੇ ਪੀਕੌਕ ਫੈਦਰਸ ਵਿਲ ਨਾਟ ਮੇਕ ਯੂ ਅ ਪੀਕੌਕ, ਦੇ ਸੈਡ ਟੂ ਹਿਮ, ਹਿਮ ਮੈਨੇ ਕੌਣ ਹੈ, ਹਿਮ ਉਹ ਇੱਕ ਕਾਂ ਹੈ ਨਾ, ਜਿਹੜਾ ਇਸ ਭਰਮ ਵਿੱਚ ਸੀਗਾ ਕਿ ਉਹਦੇ ਖੰਭ ਸੋਹਣੇ ਨਹੀਂ ਹੈਗੇ ਤੇ ਉਹਨੂੰ ਮੋਰ ਦੇ ਖੰਭ ਚਾਹੀਦੇ ਨੇ। ਤੇ ਦੇ ਕੌਣ ਨੇ, ਉਹ ਮੋਰ ਸੀਗੇ। ਸੋ ਸਾਡੇ ਕੋਲ ਜਵਾਬ ਆ ਗਿਆ, ਦੀ ਪੀਕੌਕਸ ਸੈਡ ਟੂ ਦਾ ਕਰੋ, ਮੋਰਾਂ ਨੇ ਉਸ ਕਾਂ ਨੂੰ ਇਹ ਗੱਲ ਕਹੀ। ਸੋ ਅੱਗੇ ਚਲੀਏ ਹੁਣ। ਨੰਬਰ 4, ਵੀ ਸ਼ੁੱਡ ਐਕਸੈਪਟ ਅਵਰ ਸੈਲਵਸ ਦ ਵੇ ਵੀ ਆਰ। ਵੀ ਮੈਨੇ ਅਸੀਂ, ਸਾਨੂੰ, ਸ਼ੁੱਡ ਚਾਹੀਦਾ ਹੈ, ਐਕਸੈਪਟ ਕਬੂਲ ਕਰਨਾ, ਸਾਨੂੰ ਕਬੂਲ ਕਰਨਾ ਚਾਹੀਦਾ ਹੈ, ਅਵਰ ਸੈਲਵਸ ਆਪਣੇ ਆਪ ਨੂੰ, ਦ ਵੇ ਵੀ ਆਰ। ਦ ਵੇ ਵੀ ਆਰ ਦਾ ਮਤਲਬ ਜਿੱਦਾਂ ਦੇ ਅਸੀਂ ਹਾਂ, ਜਿੱਦਾਂ ਦਾ ਸਾਨੂੰ ਰੱਬ ਨੇ ਬਣਾਇਆ ਹੈ, ਜਿੱਦਾਂ ਦਾ ਕੁਦਰਤ ਨੇ ਸਾਨੂੰ ਬਣਾਇਆ ਹੈ, ਸਾਨੂੰ ਉੱਦਾਂ ਦੇ ਆਪਣੇ ਆਪ ਨੂੰ ਕਬੂਲ ਕਰਨਾ ਚਾਹੀਦਾ ਹੈ। ਦੇਖੋ ਇਹ ਗੱਲ ਕਹਿੰਦੇ ਗਈ ਸੀ। ਦੈਨ ਐਨ ਓਲਡ ਵਾਈਜ਼ ਕਰੋ ਕੇਮ, ਇੱਕ ਬਜ਼ੁਰਗ ਸਿਆਣਾ ਕਾਂ ਆਇਆ, ਐਂਡ ਟੋਲਡ ਹਿਮ, ਉਹਨੂੰ ਕਿਹਾ, ਵੀ ਸ਼ੁੱਡ ਐਕਸੈਪਟ ਅਵਰ ਸੈਲਵਸ ਦ ਵੇ ਵੀ ਆਰ। ਸੋ ਇਹ ਗੱਲ ਸਾਨੂੰ ਪਤਾ ਲੱਗ ਗਈ ਕਿ ਐਨ ਓਲਡ ਵਾਈਜ਼ ਕਰੋ ਸੈਡ ਟੂ ਦੀ ਕਰੋ, ਇੱਕ ਬਜ਼ੁਰਗ ਸਿਆਣੇ ਕਾਂ ਨੇ ਕਾਂ ਨੂੰ ਇਹ ਗੱਲ ਕਹੀ, ਇਹ ਗੱਲ ਸਮਝਾਈ। ਠੀਕ ਹੈ, ਆਓ ਅੱਗੇ ਚਲੀਏ ਹੁਣ। ਦੇਖੋ ਕਿਸ ਤਰ੍ਹਾਂ ਸਾਨੂੰ ਜਵਾਬ ਕਿਤਾਬ 'ਚੋਂ ਹੀ ਮਿਲੀ ਜਾ ਰਹੇ ਨੇ। ਅਸੀਂ ਆਪਣੇ ਆਪ ਲੈਸਨ ਪੜ੍ਹਨਾ ਹੈ, ਤੁਹਾਡੇ ਲਈ ਲੈਸਨ ਤਿਆਰ ਕਰ ਦਿੱਤਾ ਹੈ, ਉਹਨੂੰ ਵੀਡੀਓ ਬਣਾ ਕੇ ਸਮਝਾ ਕੇ ਇੱਕ ਇੱਕ ਸ਼ਬਦ ਦੇ ਅਰਥ ਦੱਸ ਦਿੱਤੇ ਨੇ। ਤੇ ਹੁਣ ਬੇਸ਼ੱਕ ਅੰਗਰੇਜ਼ੀ ਸਾਡੀ ਮਾਂ ਬੋਲੀ ਨਹੀਂ ਹੈਗੀ, ਪਰ ਫਿਰ ਵੀ ਸਾਨੂੰ ਬੜੇ ਆਰਾਮ ਦੇ ਨਾਲ ਵੀਡੀਓ ਦੇਖ ਕੇ ਸਾਰੇ ਅਰਥ, ਸ਼ਬਦਾਂ ਦੇ ਅਰਥ ਬੜੇ ਸਹਿਜੇ ਹੀ ਸਮਝ ਆ ਸਕਦੇ ਨੇ। ਸੋ ਸਟੇਟਮੈਂਟ ਨੰਬਰ 5 ਕੀ ਹੈ, ਯੂ ਵਿਲ ਨਾਟ ਬੀ ਏਬਲ ਟੂ ਫਲਾਈ ਪ੍ਰੋਪਰਲੀ ਵਿਦ ਦੀਜ਼ ਸਟਕ ਔਨ ਯੂਅਰ ਬੋਡੀ। ਇਹਨਾਂ ਨੂੰ ਆਪਣੇ ਸਰੀਰ ਤੇ ਅੜਾ ਕੇ ਤੂੰ ਚੰਗੀ ਤਰ੍ਹਾਂ ਨਹੀਂ ਉੱਡ ਸਕੇਗਾ।
देखो यू विल नॉट बी एबल टू फ्लाई प्रॉपरली विद दी स्टक ऑन योर बॉडी, इन्हों अपने तन ते अड़ा के तू सही ढंग नाल उड़ नहीं सकेगा। आई होप यू हैव लर्नड योर लैसन, यह गल कहने गई सी बच्चों, यह सियाणा ਕਾਂ ਜਦੋਂ ਸੀ ਉਹ ਆਪਣੇ ਦੂਜੇ ਕਾਂ ਨੂੰ ਜੋ ਭਰਮ ਦਾ ਸ਼ਿਕਾਰ ਸੀ ਉਹਨੂੰ ਸਮਝਾ ਰਿਹਾ ਸੀਗਾ। ਸੋ ਸਾਨੂੰ ਪਤਾ ਲੱਗ ਗਿਆ ਐਨ ਓਲਡ ਵਾਈਜ਼ ਕਰੋ ਸੈਡ ਟੂ ਦੀ ਕਰੋ, ਇੱਕ ਸਿਆਣੇ ਬਜ਼ੁਰਗ ਕਾਂ ਨੇ ਉਸ ਕਾਂ ਨੂੰ ਜੋ ਭਰਮ ਦਾ ਸ਼ਿਕਾਰ ਸੀ ਕਿ ਉਹਦੇ ਖੰਭ ਕਾਲੇ ਨੇ ਸੋਹਣੇ ਨਹੀਂ ਹੈਗੇ, ਉਹਨੂੰ ਮੋਰ ਦੇ ਖੰਭ ਚਾਹੀਦੇ ਨੇ, ਉਹ ਲਾ ਕੇ ਹੈ ਨਾ, ਫਿਰ ਉਹਨੇ ਕਾਵਾਂ ਦੀ ਬੇਇੱਜ਼ਤੀ ਕੀਤੀ, ਉਹਨੂੰ ਟੀਚਰ ਕੀਤੀ, ਫਿਰ ਮੋਰਾਂ ਕੋਲ ਗਿਆ, ਮੋਰਾਂ ਨੇ ਉਹਨੂੰ ਮੂੰਹ ਨਹੀਂ ਲਾਇਆ, ਉਹ ਫਿਰ ਨਿੰਮੂ ਝਾਣ ਜਾ ਹੋ ਕੇ ਵਾਪਸ ਆ ਗਿਆ, ਫਿਰ ਕਾਵਾਂ ਨੇ ਮੂੰਹ ਨਹੀਂ ਲਾਇਆ ਵੀ ਤੂੰ ਸਾਡੀ ਪਹਿਲੇ ਬੇਇੱਜ਼ਤੀ ਕੀਤੀ ਸੀ। ਉਹ ਜਿਹੜੇ ਇਕੱਲਾ ਪੈ ਗਿਆ, ਉਹ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਹੈ ਨਾ। ਸੋ ਇਸ ਕਰਕੇ ਫਿਰ ਉਹ ਜਿਹੜੇ ਇਹੋ ਜਿਹੀ ਹਾਲਤ ਵਿੱਚ ਸੀਗਾ ਤੇ ਉਸ ਸਿਆਣੇ ਕਾਂ ਨੇ ਉਸ ਕਾਂ ਨੂੰ ਫਿਰ ਇਸ ਤਰ੍ਹਾਂ ਸਮਝਾਇਆ। ਆਓ ਅੱਗੇ ਚਲੀਏ। ਐਕਟੀਵਿਟੀ ਨੰਬਰ 5, ਕੰਪਲੀਟ ਦੀ ਸੈਂਟੈਂਸਿਸ ਇਨ ਦੀ ਫੋਲੋਇੰਗ ਬਲੈਂਕਸ। ਹੇਠ ਦਿੱਤੇ ਖਾਲੀ ਸਥਾਨਾਂ ਨੂੰ ਭਰ ਕੇ ਵਾਕ ਪੂਰੇ ਕਰੋ। ਸੋ ਚਲੀਏ ਹੁਣ ਵਾਕ ਪੂਰੇ ਕਰੀਏ। ਬੜਾ ਸੌਖਾ ਹੈ। ਵਨ ਡੇ ਪਰਚਿੰਗ ਔਨ ਏ ਟਰੀ, ਇੱਕ ਦਿਨ ਰੁੱਖ ਤੇ ਬੈਠੇ ਹੋਏ ਨੇ। ਕੀ ਹੋਇਆ? ਦੀ ਕ੍ਰੋ ਸੌ ਮੈਨੀ ਪੀਕੌਕ ਫੈਦਰਸ ਔਨ ਦੀ ਗਰਾਊਂਡ। ਇਹ ਸਾਨੂੰ ਪਤਾ ਹੀ ਹੈ, ਜੇ ਲੈਸਨ ਪੜ੍ਹਿਆ ਤਾਂ ਅਸੀਂ ਪੂਰਾ ਕਰ ਸਕਦੇ ਹਾਂ। ਵਨ ਡੇ ਪਰਚਿੰਗ ਔਨ ਏ ਟਰੀ, ਇੱਕ ਦਿਨ ਰੁੱਖ ਤੇ ਬੈਠੇ ਹੋਏ ਨੇ ਕਾਂ ਨੇ ਧਰਤੀ ਤੇ ਬੜੇ ਸਾਰੇ ਮੋਰ ਦੇ ਖੰਭ ਦੇਖੇ। ਦੂਜਾ ਦੀ ਕ੍ਰੋ ਫਲਿਊ ਟੂ ਦੀ ਰਿਵਰ, ਕਾਂ ਉੱਡ ਕੇ ਗਿਆ, ਜਿਹੜੇ ਖੰਭ ਲਾ ਲਏ ਉਹਨੂੰ ਬੜਾ ਚਾਅ ਚੜਿਆ ਤੇ ਕੀ ਦੇਖਣ ਗਿਆ? ਟੂ ਸੀ ਹਿਜ਼ ਰਿਫਲੈਕਸ਼ਨ। ਰਿਫਲੈਕਸ਼ਨ ਹੁੰਦਾ ਬੱਚੋ ਜੋ ਅਸੀਂ ਆਪਣਾ ਪ੍ਰਤੀਬਿੰਬ ਦੇਖਦੇ ਹਾਂ, ਆਪਣਾ ਅਕਸ ਦੇਖਦੇ ਹਾਂ, ਆਪਣਾ ਇਮੇਜ ਦੇਖਦੇ ਹਾਂ, ਉਹਨੂੰ ਕਹਿੰਦੇ ਰਿਫਲੈਕਸ਼ਨ। ਉਹ ਨਦੀ ਵਿੱਚ ਆਪਣੀ ਅਕਸ, ਆਪਣੀ ਸ਼ਕਲ, ਆਪਣਾ ਰਿਫਲੈਕਸ਼ਨ ਦੇਖਣ ਗਿਆ। ਦੀ ਪੀਕੌਕਸ ਨਿਊ ਦੈਟ ਹੀ ਵਾਜ਼ ਨੋਟ ਵਨ ਅਮੰਗ ਦੈਮ, ਕਾਂ ਮੋਰ ਜਾਣਦੇ ਸੀ ਕਿ ਉਹ ਉਹਨਾਂ ਵਿੱਚੋਂ ਨਹੀਂ ਹੈ। ਹੀ ਵਾਜ਼ ਅ ਕਰੋ, ਉਹ ਇੱਕ ਕਾਂ ਹੈ, ਉਹ ਇੱਕ ਕਾਂ ਸੀ। ਫਿਰ ਅਗੇ ਹੀ ਟੋਰ ਆਫ, ਪਾੜ ਕੇ ਪੁੱਟ ਸੁੱਟੇ। ਦੀ ਇੰਟਾਇਰ ਪੀਕੌਕ ਫੈਦਰਸ, ਇੰਟਾਇਰ ਮੈਨੇ ਸਾਰੇ, ਪੀਕੌਕ ਫੈਦਰਸ ਮੀਨ ਮੋਰ ਦੇ ਖੰਭ, ਉਹਨੇ ਸਾਰੇ ਮੋਰ ਦੇ ਖੰਭ ਪੱਟ ਸੁੱਟੇ। ਦੈਟ ਵਰ ਸਟਕ ਟੂ ਹਿਜ਼ ਫੈਦਰਸ, ਜਿਹੜੇ ਉਹਦੇ ਖੰਭਾਂ ਵਿੱਚ ਅੜੇ ਹੋਏ ਸਨ। ਫਿਰ ਕੀ ਗਿਆ? ਦੈਨ ਹੀ ਵੈਂਟ ਟੂ ਹਿਜ਼ ਫਰੈਂਡਸ, ਉਹ ਫਿਰ ਆਪਣੇ ਦੋਸਤਾਂ ਕੋਲ ਗਿਆ, ਕਾਵਾਂ ਕੋਲ, ਤੇ ਉਹਨੇ ਕੀ ਕੀਤਾ ਸੀ? ਮਾਫੀ ਮੰਗੀ ਸੀ ਉਹਨਾਂ ਦੀ ਬੇਇੱਜ਼ਤੀ ਕਰਨ ਲਈ। ਸੋ ਐਂਡ ਐਪੋਲੋਜਾਈਜ਼ਡ ਫॉर ਇਨਸਲਟਿੰਗ ਦੈਮ। ਐਪੋਲੋਜਾਈਜ਼ ਮੈਨੇ ਹੁੰਦਾ ਬੱਚੇ ਮਾਫੀ ਮੰਗਣੀ, ਐਪੋਲੋਜਾਈਜ਼ਡ ਹੋ ਗਿਆ ਮਾਫੀ ਮੰਗੀ, ਫॉर ਕਾਹਦੇ ਲਈ? ਇਨਸਲਟਿੰਗ ਦੈਮ, ਉਹਨਾਂ ਦੀ ਬੇਇੱਜ਼ਤੀ ਕਰਨ ਕਰਕੇ। ਸੋ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਉਹਨੇ ਆਪਣੇ ਮਿੱਤਰਾਂ ਕੋਲੋਂ ਮਾਫੀ ਮੰਗੀ। ਸੋ ਪਿਆਰੇ ਵਿਦਿਆਰਥੀਓ, ਐਸੀ ਤੁਹਾਡੀ ਐਕਟੀਵਿਟੀ 3, 4, 5 ਤੁਹਾਡਾ ਲੈਸਨ ਨੰਬਰ 6 ਦੀ। ਆਉਣ ਵਾਲੇ ਵੀਡੀਓਜ਼ ਵਿੱਚ ਅਗਲੀ ਐਕਟੀਵਿਟੀਜ਼ ਨੂੰ ਵੀ, ਅਗਲੇ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ। ਤੁਸੀਂ ਸਾਰੇ ਇਸ ਮਿਹਨਤ ਨੂੰ ਸਪੋਰਟ ਕਰਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਨੇ ਉਹ ਆਪਣਾ ਇਸ ਉਦਮ ਦਾ ਲਾਹਾ ਲੈ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।